ਦੋਸਤੋ, ਇਨਸਾਨ ਇਸ ਦੁਨੀਆ ਤੇ ਪੈਸੇ ਦੇ ਬਲਬੂਤੇ ਨਾਲ ਸਭ ਕੁਝ ਖਰੀਦ ਸਕਦਾ ਵਾ, ਲੇਕਿਨ ਇਨਸਾਨ ਇਸ ਦੁਨੀਆ ਤੇ ਪੈਸੇ ਦੇ ਬਲਬੂਤੇ ਨਾਲ ਆਪਣੀ ਜ਼ਿੰਦਗੀ ਨਹੀਂ ਖਰੀਦ ਸਕਦਾ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੈਮਸੰਗ ਕੰਪਨੀ ਦੇ ਮਾਲਕ ਦੀ ਦਾਸਤਾਨ ਸੁਣਾਵਾਂਗਾ, ਜੋ ਕਿ 350 ਬਿਲੀਅਨ ਡਾਲਰ ਦਾ ਮਾਲਕ ਸੀ, ਲੇਕਿਨ ਫਿਰ ਵੀ ਬੇਬਸੀ ਦੇ ਆਲਮ ਦੇ ਵਿੱਚੋਂ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਦੋਸਤੋ, ਸੈਮਸੰਗ ਕੰਪਨੀ ਦੇ ਬਾਰੇ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਇਹ ਇੱਕ ਇੰਟਰਨੈਸ਼ਨਲ ਬ੍ਰਾਂਡ ਬਣ ਚੁੱਕਾ ਵਾ। ਸੈਮਸੰਗ ਕੰਪਨੀ ਜੋ ਕਿ 1 ਮਾਰਚ 1938 ਦੇ ਵਿੱਚ ਜਨੂਬੀ ਕੋਰੀਆ ਦੇ ਸ਼ਹਿਰ ਟਾਈਕੋ ਦੇ ਵਿੱਚ ਦੀ ਬੁਨਿਆਦ ਰੱਖੀ ਗਈ ਸੀ। ਸੈਮਸੰਗ ਕੰਪਨੀ ਦੀ ਬੁਨਿਆਦ ਲੀ ਬਿਓੰਗ ਚੇਲ ਨੇ ਰੱਖੀ ਸੀ, ਜੋ ਕਿ ਇੱਕ ਜਨੂਬੀ ਕੋਰੀਆ ਦਾ ਹੀ ਸ਼ਹਿਰੀ ਸੀ। ਸ਼ੁਰੂ ਦੇ ਵਿੱਚ ਸੈਮਸੰਗ ਕੰਪਨੀ ਨੇ ਮੋਬਾਈਲ ਬਣਾਉਣੇ ਸਟਾਰਟ ਨਹੀਂ ਕੀਤੇ ਸੀ, ਲੇਕਿਨ ਸ਼ੁਰੂ ਦੇ ਵਿੱਚ ਸੈਮਸੰਗ ਕੰਪਨੀ ਇੱਕ ਛੋਟੀ ਜਿਹੀ ਕੰਪਨੀ ਸੀ ਜੋ ਕਿ ਖੁਰਾਕ ਦਾ ਕਾਰੋਬਾਰ ਕਰਦੀ ਸੀ, ਮੱਛਲੀਆਂ ਵਗੈਰਾ ਦਾ ਕਾਰੋਬਾਰ ਕਰਦੀ ਸੀ। ਲੇਕਿਨ ਆਹਿਸਤਾ ਲੀ ਬਿਓੰਗ ਚੇਲ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਕਾਰੋਬਾਰ ਨੂੰ ਮਜ਼ੀਦ ਵਧਾਏ, ਕਿਉਂਕਿ ਦੋਸਤੋ ਉਸ ਵਕਤ ਜੰਗੇ ਅਜ਼ੀਮ ਦੋਇਮ ਹੋ ਚੁੱਕੀ ਸੀ। ਜੰਗੇ ਅਜ਼ੀਮ ਦੋਇਮ ਤੋਂ ਬਾਅਦ ਚੋਂ ਦੋਸਤੋ ਲੀ ਬਿਓੰਗ ਚੇਲ ਨੇ ਫੈਸਲਾ ਕੀਤਾ ਕਿ ਉਹ ਕੰਸਟਰਕਸ਼ਨ ਦਾ ਕਾਰੋਬਾਰ ਕਰੇ। ਕੰਸਟਰਕਸ਼ਨ ਦਾ ਕਾਰੋਬਾਰ ਕਰਦੇ ਹੋਏ ਲੀ ਬਿਓੰਗ ਚੇਲ ਨੇ ਪੁਲ ਬਣਾਏ, ਸੜਕਾਂ ਬਣਾਈਆਂ, ਮਕਾਨ ਬਣਾਏ। ਦੋਸਤੋ, ਕੰਸਟਰਕਸ਼ਨ ਦੇ ਕਾਰੋਬਾਰ ਦੇ ਵਿੱਚੋਂ ਲੀ ਬਿਓੰਗ ਚੇਲ ਨੇ ਕਰੋੜਾਂ ਰੁਪਈਆ ਕਮਾ ਲਏ। ਦੋਸਤੋ, ਇਸ ਤੋਂ ਬਾਅਦ ਚੋਂ ਲੀ ਬਿਓੰਗ ਚੇਲ ਨੇ ਫੈਸਲਾ ਕੀਤਾ ਕਿ ਉਹ ਆਪਣੇ ਕਾਰੋਬਾਰ ਨੂੰ ਮਜ਼ੀਦ ਵਧਾਏ। ਦੋਸਤੋ, ਇਸ ਵਜ੍ਹਾ ਤੋਂ ਲੀ ਬਿਓੰਗ ਚੇਲ ਨੇ ਟੈਕਸਟਾਈਲ ਦਾ ਵੀ ਕਾਰੋਬਾਰ ਕਰਨਾ ਸਟਾਰਟ ਕਰ ਦਿੱਤਾ। ਦੋਸਤੋ, ਇਸ ਤਰ੍ਹਾਂ ਸੈਮਸੰਗ ਕੰਪਨੀ ਨੇ ਆਪਣੇ ਕਾਰੋਬਾਰ ਨੂੰ ਵਧਾਉਣਾ ਸ਼ੁਰੂ ਕਰਤਾ। ਸੈਮਸੰਗ ਕੰਪਨੀ ਇੰਨਾ ਹੀ ਵੱਧ ਗਈ ਕਿ ਦੋਸਤੋ ਸੈਮਸੰਗ ਕੰਪਨੀ ਨੇ 34 ਸ਼ੋਬਿਆਂ 'ਤੇ ਕੰਮ ਕਰਨਾ ਸਟਾਰਟ ਕਰਤਾ। ਲੇਕਿਨ ਦੋਸਤੋ ਸਾਲ 1947 ਆਇਆ, ਲੀ ਬਿਓੰਗ ਚੇਲ ਦਾ ਇੰਤਕਾਲ ਹੋ ਗਿਆ। ਦੋਸਤੋ, ਲੀ ਬਿਓੰਗ ਚੇਲ ਦੇ 3 ਬੇਟੇ ਸੀ, ਲੇਕਿਨ ਤਿੰਨਾਂ ਬੇਟਿਆਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਕਿ ਲੀ ਕੁਨ ਹੀ ਸੀ, ਉਹਨੇ ਆਪਣੇ ਬਾਪ ਦੇ ਕਾਰੋਬਾਰ ਨੂੰ ਸੰਭਾਲਿਆ। ਦੋਸਤੋ, ਸ਼ੁਰੂ ਦੇ ਵਿੱਚ ਤਾਂ ਉਹਨੂੰ ਕਾਫੀ ਜ਼ਿਆਦਾ ਮੁਸ਼ਕਲ ਪੇਸ਼ ਆਈ, ਕਿਉਂਕਿ ਉਹਦੇ ਬਾਪ ਦਾ ਕਾਰੋਬਾਰ ਕਾਫੀ ਜ਼ਿਆਦਾ ਫੈਲਿਆ ਹੋਇਆ ਸੀ। 5 ਸਾਲ ਤੱਕ ਦੋਸਤੋ ਕਾਫੀ ਜ਼ਿਆਦਾ ਉਹਨੂੰ ਮੁਸ਼ਕਲਾਤ ਪੇਸ਼ ਆਈ। ਉਹ ਆਪਣੀ ਕੰਪਨੀ ਦੇ ਇੱਕ ਦਫ਼ਤਰ ਤੋਂ ਕਦੀ ਨਿਕਲਦਾ ਤੇ ਦੂਸਰੇ 'ਤੇ ਜਾਂਦਾ, ਦੂਸਰੇ ਤੋਂ ਨਿਕਲਦਾ ਤੇ ਤੀਸਰੇ 'ਤੇ ਜਾਂਦਾ। ਦੋਸਤੋ, ਇਸ ਤਰ੍ਹਾਂ 5 ਸਾਲਾਂ ਤੱਕ ਤੇ ਉਹਨੂੰ ਬਹੁਤ ਜ਼ਿਆਦਾ ਮੁਸ਼ਕਲਾਤ ਪੇਸ਼ ਆਈ, ਲੇਕਿਨ ਬਾਅਦ 'ਚੋਂ ਆਖਰਕਾਰ ਉਹਨੇ ਆਪਣੇ ਬਾਪ ਦੇ ਕਾਰੋਬਾਰ ਨੂੰ ਅੱਛੀ ਤਰ੍ਹਾਂ ਸੰਭਾਲ ਲਿਆ। ਦੋਸਤੋ, ਇਸ ਤਰ੍ਹਾਂ ਆਪਣੇ ਬਾਪ ਦੇ ਕਾਰੋਬਾਰ ਨੂੰ ਵਧਾਉਂਦੇ ਹੋਏ ਲੀ ਕੁਨ ਹੀ ਨੇ ਇਲੈਕਟ੍ਰੋਨਿਕਸ ਦਾ ਵੀ ਕਾਰੋਬਾਰ ਸ਼ੁਰੂ ਕਰਤਾ। ਇਲੈਕਟ੍ਰੋਨਿਕਸ ਦਾ ਕਾਰੋਬਾਰ ਜਦੋਂ ਲੀ ਕੁਨ ਹੀ ਨੇ ਸ਼ੁਰੂ ਕੀਤਾ ਤਾਂ ਲੀ ਕੁਨ ਹੀ ਨੇ ਸੈਮਸੰਗ ਨਾਮ ਤੋਂ ਇੱਕ ਟੈਲੀਵਿਜ਼ਨ ਵੀ ਲਾਂਚ ਕਰਤਾ। ਦੋਸਤੋ, ਇਹ ਟੈਲੀਵਿਜ਼ਨ ਆਲਾ ਕੁਆਲਿਟੀ ਮਿਆਰ ਦੇ ਵਿੱਚ ਇੰਨਾ ਜ਼ਿਆਦਾ ਅੱਛਾ ਸੀ ਕਿ ਇਹਨੇ ਸੋਨੀ ਨੂੰ ਵੀ ਪਿੱਛੇ ਛੱਡਤਾ। ਦੋਸਤੋ, ਇਸ ਤੋਂ ਬਾਅਦ 'ਚੋਂ ਲੀ ਕੁਨ ਹੀ ਨੇ 1998 ਦੇ ਵਿੱਚ ਸੈਮਸੰਗ ਗਲੈਕਸੀ ਦਾ ਇੱਕ ਯੂਨਿਟ ਲਗਾਇਆ। ਦੋਸਤੋ, ਸੈਮਸੰਗ ਗਲੈਕਸੀ ਦੇ ਫੋਨ ਲੋਕਾਂ ਨੂੰ ਇੰਨੇ ਜ਼ਿਆਦਾ ਪਸੰਦ ਆਏ ਕਿ ਸੈਮਸੰਗ ਗਲੈਕਸੀ ਇੱਕ ਬ੍ਰਾਂਡ ਬਣ ਗਿਆ। ਦੋਸਤੋ, ਇਸ ਤਰ੍ਹਾਂ ਦੇਖਦੇ ਹੀ ਦੇਖਦੇ ਸੈਮਸੰਗ ਕੰਪਨੀ 350 ਬਿਲੀਅਨ ਡਾਲਰ ਦੀ ਮਾਲਕ ਬਣ ਗਈ। ਦੋਸਤੋ, ਲੀ ਕੁਨ ਹੀ ਜਨੂਬੀ ਕੋਰੀਆ ਦਾ ਸਭ ਤੋਂ ਅਮੀਰ ਤਰੀਨ ਆਦਮੀ ਬਣ ਗਿਆ। ਦੋਸਤੋ, ਉਹਦੇ ਉੱਤੇ ਇੱਕ ਐਦਾਂ ਦਾ ਵਕਤ ਆਇਆ ਕਿ ਜਨੂਬੀ ਕੋਰੀਆ ਦੇ ਹੁਕਮਰਾਨ ਉਹਦੇ ਇਸ਼ਾਰਿਆਂ 'ਤੇ ਨੱਚਣ ਲੱਗ ਜਾਂਦੇ ਸੀ। ਲੀ ਕੁਨ ਹੀ ਜਨੂਬੀ ਕੋਰੀਆ ਦੀ ਸਿਆਸਤ ਦੇ ਵਿੱਚ ਤੇ ਸ਼ਾਮਲ ਨਹੀਂ ਸੀ, ਲੇਕਿਨ ਜਨੂਬੀ ਕੋਰੀਆ ਦੀ ਸਿਆਸਤ ਦੇ ਵਿੱਚ ਲੀ ਕੁਨ ਹੀ ਦਾ ਬਹੁਤ ਜ਼ਿਆਦਾ ਅਮਲ ਦਖਲ ਵੱਧ ਗਿਆ। ਦੋਸਤੋ, ਇਸੇ ਤਰ੍ਹਾਂ ਉਹ ਅਦਾਲਤਾਂ ਦੇ ਵਿੱਚ ਵੀ ਆਪਣੀ ਪਸੰਦ ਦੇ ਜੱਜ ਬਿਠਾਉਣ ਲੱਗ ਗਿਆ। ਦੋਸਤੋ, ਲੀ ਕੁਨ ਹੀ ਦੇ ਉੱਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਹਨੇ ਜਨੂਬੀ ਕੋਰੀਆ ਦੇ ਵਜ਼ੀਰ ਆਜ਼ਮ ਨੂੰ ਰਿਸ਼ਵਤ ਦਿੱਤੀ ਆ। ਦੋਸਤੋ, ਜਨੂਬੀ ਕੋਰੀਆ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਹੀ ਅਮਲ ਦਖਲ ਲੀ ਕੁਨ ਹੀ ਦਾ ਹੋ ਗਿਆ। ਦੋਸਤੋ, ਲੀ ਕੁਨ ਹੀ ਦਾ ਇਹ ਕਹਿਣਾ ਸੀ ਕਿ ਇਨਸਾਨ ਦੇ ਕੋਲ ਇੰਨੀ ਦੌਲਤ ਦਾ ਕੀ ਫਾਇਦਾ ਜਦੋਂ ਇਨਸਾਨ ਆਪਣੀ ਜ਼ਿੰਦਗੀ ਦੀਆਂ ਆਸਾਇਸ਼ਾਂ ਹੀ ਨਾ ਖਰੀਦ ਸਕੇ। ਦੋਸਤੋ, ਜਨੂਬੀ ਕੋਰੀਆ ਦੀ ਸਿਆਸਤ ਦੇ ਵਿੱਚ, ਜਨੂਬੀ ਕੋਰੀਆ ਦੀ ਅਦਾਲਤਾਂ ਦੇ ਵਿੱਚ ਲੀ ਕੁਨ ਹੀ ਦਾ ਬਹੁਤ ਜ਼ਿਆਦਾ ਅਮਲ ਦਖਲ ਵੱਧ ਗਿਆ। ਲੇਕਿਨ ਦੋਸਤੋ, 2014 ਦੇ ਵਿੱਚ ਲੀ ਕੁਨ ਹੀ ਨੂੰ ਹਾਰਟ ਅਟੈਕ ਹੋਇਆ, ਜਿਹਦੀ ਵਜ੍ਹਾ ਤੋਂ ਉਹ ਕੋਮੇ ਦੇ ਵਿੱਚ ਚਲਾ ਗਿਆ। ਲੇਕਿਨ ਦੋਸਤੋ, 6 ਸਾਲ ਤੱਕ ਕੋਮੇ ਦੀ ਹਾਲਤ ਦੇ ਵਿੱਚ ਵੈਂਟੀਲੇਟਰ 'ਤੇ ਪਿਆ ਰਿਹਾ ਲੀ ਕੁਨ ਹੀ ਆਖਰਕਾਰ 2020 ਦੇ ਵਿੱਚ ਵਫਾਤ ਪਾ ਗਿਆ। ਦੋਸਤੋ, ਦੇਖੋ ਕਿ ਇੱਕ ਐਦਾਂ ਦਾ ਸ਼ਖਸ ਜਿਹੜਾ ਕਿ ਇਹ ਸਮਝਦਾ ਸੀ ਕਿ ਉਹ ਦੌਲਤ ਦੇ ਨਾਲ ਹਰ ਚੀਜ਼ ਦੁਨੀਆ ਦੀ ਖਰੀਦ ਸਕਦਾ ਵਾ, ਲੇਕਿਨ ਉਹ ਆਪਣੀ ਜ਼ਿੰਦਗੀ ਨਹੀਂ ਖਰੀਦ ਸਕਿਆ। ਦੋਸਤੋ, ਅਗਰ ਦੌਲਤ ਦੇ ਨਾਲ ਜ਼ਿੰਦਗੀ ਖਰੀਦੀ ਜਾਂਦੀ ਤੇ ਇਸ ਦੁਨੀਆ ਦੇ ਵਿੱਚ ਹਜੇ ਵੀ ਨਮਰੂਦ ਤੇ ਫਿਰੌਨ ਤੁਰੇ ਫਿਰਨੇ ਸੀ।